ਜਸਟ ਲਾਈਕ ਅ ਮਰਡਰ ਹੈ। ਉਹ ਇਹੋ ਜਿਹਾ ਬੇਸ਼ਰਮ ਬੰਦਾ ਕਹਿੰਦਾ ਤੁਸੀਂ ਮੈਨੂੰ ਕਿੱਕਣਾ ਪੁੱਛ ਸਕਦੇ ਆ ਸਾਡੀ ਕੁੜੀ ਗਲਤ ਆ ਵੀ ਤੂੰ ਸ਼ਰਮ ਕਰ ਯਾਰ, ਅਗਲੇ ਦਾ ਕੱਲਾ ਪੁੱਤ ਮਰ ਗਿਆ, ਤੂੰ ਆਏ ਕਹਿੰਦਾ ਸਾਡੀ ਕੁੜੀ ਕਿੱਕਣਾ ਗਲਤ ਆ। ਜਨਮਨ ਅਗਰ ਹੁੰਦੀ ਮੈਡਮ ਸੁਸਾइड क्यों करता लड़का बेचारा, कोई ना कितने ते प्रॉब्लम रही है, उन्होंने ताई सुसाइड किया ना। जो लड़की ने किया वो बहुत गलत किया है, तो उसको डिपोर्ट करना ही चाहिए। ਉਹ ਉਧਰ ਕਹੀ ਜਾਂਦੀ ਹੈ ਜੀ ਇੱਕ ਦੀ ਡੈਥ ਹੋ ਗਈ ਤੁਸੀਂ ਦੂਏ ਦੀ ਵੀ ਡੈਥ ਕਰਵਾ ਦੇਣੀ, ਹੋਈ ਵੀ ਤੇ ਤੇਰੇ ਕਰਕੇ ਆ, ਹੋ ਜਵੇ ਤੇਰੀ ਵਧੀਆ ਗੱਲ। ਦੇਖੋ ਸੁਸਾइड के लिए आप कभी किसी को ब्लेम नहीं कर सकते। ਉਹ ਮੁੰਡੇ ਦੀ ਇਕੱਲੀ ਸੁਸਾइड ਨਹੀਂ ਆ, ਉਹ ਕੁਰਬਾਨੀ ਆ ਸਾਰੇ ਮੁੰਡਿਆਂ ਵਾਸਤੇ, ਇਹਨਾਂ ਦੀਆਂ ਘਰ ਵਾਲੀਆਂ ਬਾਹਰ ਜਾ ਕੇ ਮੁੱਕ ਰਹੀਆਂ। ਐਂ ਤਾਂ ਹੁਣ ਇੱਕ ਮਿੰਟ ਮੈਂ ਨਹੀਂ ਕਹਿੰਦਾ ਜੀ ਮੁੰਡੇ ਦੇ ਮਾਂ-ਬਾਪ ਆ, ਉਹਦੀ ਮਾਂ ਕਹਿ ਦੇਵੇ ਬਾਪ ਕਹਿ ਦੇ ਦੋ ਕੱਖਾਂ ਚੋਂ ਕੱਢ ਹਾਂਜੀ ਵੀ ਸਾਡੇ ਮੁੰਡੇ ਦੀ ਤਾਂ ਡੈਥ ਹੋ ਜਵੇ, ਇਹਨਾਂ ਦੀ ਵੀ ਕੁੜੀ ਮਰ ਜਾਵੇ, ਉਹ ਲੈ ਲੂਗੀ ਫਾਹਾ ਕਿਤੇ। ਵੇ ਜੇ ਤੂੰ ਅੱਡਾ ਹੀ ਉਹ ਕਹਿਣੇ ਵਾਲਾ ਹੰਕਾਰੀ ਹੋ ਗਿਆ ਤਾਂ ਤੂੰ ਆਪਣੇ ਦਮ ਪਰ ਭੇਜਦਾ, ਤੂੰ ਕਿਸੇ ਦੀ ਜ਼ਮੀਨ ਕਿਸੇ ਦੇ ਸਿਰ ਕਰਜ਼ਾ ਚੜਾ ਕੇ ਕਿਉਂ ਭੇਜਦਾ, ਤੂੰ ਆਪਣੇ ਆਪ ਭੇਜਦਾ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਸੱਤੀ ਤੇ ਤੁਸੀਂ ਵੇਖ ਰਹੇ ਹੋ ਚੈਨਲ ਸਤਰੰਗ ਦਾ ਪ੍ਰੋਗਰਾਮ ਗੱਲਾਂ ਚੋਂ ਗੱਲ। ਤੇ ਗੱਲਾਂ ਚੋਂ ਗੱਲ ਦੇ ਵਿੱਚ ਅਸੀਂ ਆਏ ਵਾਰ ਕੋਈ ਨਾ ਕੋਈ ਨਵੇਂ ਵਿਸ਼ੇ ਤੇ ਗੱਲ ਕਰੀਦੀ ਹੈ ਜਾਂ ਕਿਸੇ ਸੈਲੀਬ੍ਰਿਟੀ ਨੂੰ ਤੁਹਾਡੇ ਰੂਬਰੂ ਕਰਵਾਈਦਾ। ਤੇ ਅੱਜ ਦਾ ਇਹ ਐਪੀਸੋਡ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦਾ ਕਿ ਅੱਜ ਦੀ ਇਹ ਵੀਡੀਓ ਸਾਡੀ ਸਪਾਂਸਰ ਕੀਤੀ ਗਈ ਹੈ ਵਸੇਬਾ ਇਮੀਗ੍ਰੇਸ਼ਨ ਐਂਡ ਵੀਜ਼ਾ ਕੰਸਲਟੈਂਟ ਵੱਲੋਂ। ਸੋ ਜਿਹੜੇ ਵੀਰ ਭਰਾ ਸਾਡੇ ਕੈਨੇਡਾ ਜਾਣਾ ਚਾਹੁੰਦੇ ਹੋਣ ਉਹ +1 778 636 3236 ਕੰਟੈਕਟ ਨੰਬਰ ਦੇ ਉੱਤੇ ਕੰਟੈਕਟ ਕਰ ਸਕਦੇ ਹਨ। ਇਹਨਾਂ ਦੀ ਬਾਕੀ ਡਿਟੇਲਸ ਵੀ ਅਸੀਂ ਸਕਰੀਨ ਦੇ ਉੱਤੇ ਸ਼ੇਅਰ ਕਰ ਦਾਂਗੇ। ਤੇ ਹੁਣ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਮੈਂ ਸਵਾਗਤ ਕਰਦਾ ਆਪਣੀ ਸਹਿਯੋਗੀ ਨੈਂਸੀ ਗਰੇਵਾਲ ਦਾ। ਸਤਿ ਸ਼੍ਰੀ ਅਕਾਲ ਨੈਂਸੀ। ਸਤਿ ਸ਼੍ਰੀ ਅਕਾਲ ਸੱਤੀ ਜੀ। ਕੀ ਹਾਲ ਚਾਲ? ਬਹੁਤ ਵਧੀਆ, ਤੁਸੀਂ ਸੁਣਾਓ? ਬਸ ਵਧੀਆ। ਕਿਵੇਂ ਨਿਕਲ ਰਹੀ ਹੈ ਲਾਈਫ ਮੇਰੀ ਹਮੇਸ਼ਾ ਜਿੱਦਾਂ ਹੁੰਦੀ ਹੈ, ਬਹੁਤ ਵਧੀਆ, ਮਜ਼ੇ 'ਚ। ਵੈਸੇ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ, ਤੁਸੀਂ ਜਦੋਂ ਵੀ ਆਉਂਦੇ ਹੋ, ਵੈਸੇ ਤਾਂ ਆਉਂਦੇ ਹੀ ਬਹੁਤ ਘੱਟ ਹੋ ਅੱਜ ਕੱਲ੍ਹ ਪ੍ਰੋਗਰਾਮ ਦੇ ਵਿੱਚ ਹੈ ਨਾ ਕਰਨ, ਤੇ ਉਸ ਤੋਂ ਬਾਅਦ ਜਦੋਂ ਆਉਂਦੇ ਤੁਸੀਂ ਮੈਚਿੰਗ ਕਰਕੇ ਆਉਂਦੇ, ਕੀ ਚੱਕਰ? ਬਸ ਮੈਂ ਕਿਹਾ ਯਾਰ ਆਪਾਂ ਮੋਸਟਲੀ ਦੇਖੀਏ ਕਿ ਜਿਹੜੇ ਐਂਕਰਸ ਹੁੰਦੇ ਆ ਜਾਂ ਰੀਲਸ ਦੇਖ ਲਈਆਂ ਨਾ, ਇੱਕ ਟ੍ਰੈਂਡ ਜਿਹਾ ਚੱਲਿਆ ਹੋਇਆ ਨਾ ਮੈਚ ਕਰਨ ਦਾ, ਇੱਕ ਡਰੈਸ ਕੋਡਿੰਗ ਜੀ ਹੁੰਦੀ ਹੈ, ਵਧੀਆ ਲੱਗਦੀ ਹੈ, ਤਾਂ ਮੈਂ ਕਿਹਾ ਆਪਾਂ ਕਿਉਂ ਨਾ ਕਰੀਏ। ਤੇ ਤੁਸੀਂ ਸੋਫੇ ਵੀ ਮੈਚ ਕਰੀ ਬੈਠੇ ਹੋ ਜੀ। ਇਹ ਤਾਂ ਚਲੋ ਬਾਈ ਚਾਂਸ ਹੋ ਗਏ ਜੀ। ਤੇ ਕਿਵੇਂ ਹੋਰ ਚੱਲ ਰਿਹਾ ਅੱਜ ਕੱਲ੍ਹ, ਮਾਹੌਲ ਕਿਵੇਂ ਹੈ? ਮਾਹੌਲ ਕਾਫੀ ਗਰਮਾਇਆ ਹੋਇਆ ਹੈ। ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰ ਲਈਏ ਤਾਂ ਉੱਥੇ ਵੀ ਤੇ ਬਾਹਰ ਤਾਂ ਚਲੋ ਰੱਬ ਦੀ ਕਿਰਪਾ ਨਾਲ ਗਰਮੀ ਹੈਗੀ ਹੋਈ ਆ, ਤੇ ਪਰ ਹਾਂ ਸੋਸ਼ਲ ਮੀਡੀਆ ਤੇ ਤਾਂ ਕਾਫੀ ਮਾਹੌਲ ਗਰਮਾਇਆ ਹੋਇਆ, ਬਹੁਤ ਬੁਰਾ ਹਾਲ ਚੱਲ ਰਿਹਾ। ਆਪਾਂ ਦੇਖ ਰਹੇ ਹਾਂ ਮਤਲਬ ਕਿ ਬਹੁਤ ਸਾਰੇ ਮੁੱਦੇ ਅਕਸਰ ਦੇਖਣ ਨੂੰ ਮਿਲ ਜਾਂਦੇ ਨੇ ਕਿ ਸੋਸ਼ਲ ਮੀਡੀਆ ਉੱਤੇ ਕੋਈ ਨਾ ਕੋਈ ਕੰਟਰੋਵਰਸੀ ਜਾਂ ਕੁਝ ਨਾ ਕੁਝ ਮਿਲ ਜਾਂਦਾ। ਪਰ ਅੱਜ ਜਿਹੜਾ ਵਿਸ਼ਾ ਆਪਾਂ ਡਿਸਕਸ ਕਰਨਾ ਹੈ ਉਹ ਕਿਹੜਾ ਹੈਗਾ ਜਿਹਦੇ ਬਾਰੇ ਗੱਲਬਾਤ ਕਰਨੀ ਹੈ? ਸੱਤੀ ਜੀ, ਜਿਹੜਾ ਆਪਾਂ ਅੱਜ ਵਿਸ਼ਾ ਡਿਸਕਸ ਕਰਾਂਗੇ ਉਹ ਅੱਜ ਤੱਕ ਦੇ ਸਾਰੇ ਵਿਸ਼ੇ ਜਿੰਨੇ ਵੀ ਅਸੀਂ ਡਿਸਕਸ ਕੀਤੇ ਨੇ ਉਹਨਾਂ ਤੋਂ ਬਹੁਤ ਜ਼ਿਆਦਾ ਅਲੱਗ, ਬਹੁਤ ਹੀ ਜ਼ਿਆਦਾ ਨਾਜ਼ੁਕ ਸੈਂਸਿਟਿਵ ਮੁੱਦਾ ਹੈ। ਜੇ ਆਪਾਂ ਕਹੀਏ ਤਾਂ ਗੱਲ ਕਰੀਏ ਤਾਂ ਇਹ ਮੁੱਦਾ ਤੁਸੀਂ ਵੀ ਸੁਣਿਆ ਹੋਣਾ, ਬੇਅੰਤ ਕੌਰ ਤੇ ਲਵਪ੍ਰੀਤ ਸਿੰਘ ਵਾਲਾ, ਜਿਹੜਾ ਕੁੜੀ ਕੈਨੇਡਾ ਚਲੀ ਗਈ ਤੇ ਪਿੱਛੋਂ ਉਹਦਾ ਜਿਹੜਾ ਹਸਬੈਂਡ ਸੀ ਲਵਪ੍ਰੀਤ ਸਿੰਘ, ਜਿਹੜਾ ਕਿ ਧਨੌਲੇ ਦਾ ਰਹਿਣ ਵਾਲਾ ਸੀਗਾ, ਉਹਨੇ ਸੁਸਾਈਡ ਕਰ ਲਈ ਡਿਪਰੈਸ਼ਨ 'ਚ ਆ ਕੇ। ਹਾਂ ਬਿਲਕੁਲ, ਮੈਂ ਬਹੁਤ ਸੁਣਿਆ ਤੇ ਦੇਖਿਆ ਵੀ ਵੀਡੀਓਜ਼। ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਉੱਤੇ ਖੈਰ ਚੱਲ ਹੀ ਆਹੀ ਰਿਹਾ ਹੈ ਨਾ। ਆਪਾਂ ਦੇਖੀਏ ਹਰ ਦੂਜੀ ਵੀਡੀਓ ਬਦਲੇ ਲਵਪ੍ਰੀਤ ਬੇਅੰਤ ਕੌਰ, ਕਦੇ ਕੋਈ ਬੋਲ ਪੈਂਦਾ ਕਦੇ ਕੋਈ ਬੋਲ ਪੈਂਦਾ। ਹਾਲਾਂਕਿ ਦੋਵਾਂ ਦੀ ਫੈਮਿਲੀਜ਼ ਦੇ ਇੰਟਰਵਿਊਜ਼ ਵੀ ਆ ਲਏ ਹੈ ਨਾ, ਪਰ ਫਿਰ ਵੀ ਕਿਸੇ ਨਾ ਕਿਸੇ ਦੀ ਇਨਵੋਲਵਮੈਂਟ ਲੱਗੀ ਰਹਿੰਦੀ ਹੈ। ਤੇ ਇਹਦੇ ਬਾਰੇ ਤੁਹਾਡੇ ਕੋਲ ਮਤਲਬ ਕੀ ਲੈ ਕੇ ਆਏ? ਕਿਉਂਕਿ ਆਪਾਂ ਜੇ ਗੱਲਬਾਤ ਕਰੀਏ ਕਿ ਇਸ ਮੁੱਦੇ ਬਾਰੇ ਤਾਂ ਤਕਰੀਬਨ ਸਾਰੇ ਲੋਕ ਜਾਣਦੇ ਹੀ ਨੇ। ਸੱਤੀ ਜੀ, ਜਿਵੇਂ ਤੁਸੀਂ ਕਿਹਾ ਇਹ ਗੱਲ ਸਹੀ ਹੈ ਕਿ ਆਪਾਂ ਮੋਸਟਲੀ ਵੀਡੀਓਜ਼ ਦੇਖ ਰਹੇ ਹਾਂ ਉਹਨਾਂ ਦੇ, ਚਾਹੇ ਉਹ ਮੁੰਡੇ ਵਾਲਿਆਂ ਦੇ ਪੱਖ ਵੱਲੋਂ ਹੋਣ ਹੈ ਨਾ, ਹੁਣ ਤਾਂ ਕੁੜੀ ਵਾਲਿਆਂ ਦਾ ਪੱਖ ਵੀ, ਉਹਨਾਂ ਦੇ ਡੈਡੀ ਜੀ ਦੀ ਜਿਹੜੀ ਵੀਡੀਓ ਹੈ ਕੁੜੀ ਦੇ ਪਾਪਾ ਦੀ ਉਹ ਸਾਹਮਣੇ ਆ ਰਹੀ ਹੈ, ਉਹਨਾਂ ਨੇ ਆਪਣਾ ਪੱਖ ਰੱਖਿਆ, ਇੱਥੇ ਤੱਕ ਕਿ ਕੁੜੀ ਨੇ ਵੀ ਲਾਈਵ ਆ ਕੇ ਆਪਣਾ ਪੱਖ ਰੱਖਿਆ ਹੈ ਨਾ। ਉਹ ਚੀਜ਼ਾਂ ਅਲੱਗ ਨੇ, ਜਿਹੜੀ ਉਹਨਾਂ ਦੇ ਰਿਐਕਸ਼ਨਸ ਬਣ ਰਹੇ ਨੇ ਆਡੀਅנס ਵੱਲੋਂ, ਉਹ ਅਲੱਗ ਆ। ਅੱਜ ਜਿਹੜਾ ਅਸੀਂ ਸਾਹਮਣੇ ਲੈ ਕੇ ਆਏ ਹਾਂ, ਮੈਂ ਜਦ ਤੁਸੀਂ ਹੈ ਨਹੀਂ ਸੀਗੇ, ਤੁਸੀਂ ਦੂਸਰੇ ਸ਼ੂਟ ਲਈ ਗਏ ਹੋਏ ਸੀਗੇ, ਤਾਂ ਮੈਂ ਆਪਣੀ ਟੀਮ ਨਾਲ ਡਿਸਕਸ ਕੀਤਾ। ਮੈਂ ਕਿਹਾ ਕਿਉਂ ਨਾ ਜਿਹੜਾ ਇੱਕ ਸਿੰਗਲ ਰਿਐਕਸ਼ਨ ਆ ਰਿਹਾ ਹੈ, ਸਾਰੇ ਆਪਣਾ ਰਿਐਕਸ਼ਨ ਕਰ ਰਹੇ ਨੇ, YouTube ਤੇ ਪਾ ਰਹੇ ਨੇ, ਸੋਸ਼ਲ ਮੀਡੀਆ ਤੇ, ਕਿਉਂ ਨਾ ਆਪਾਂ ਖੁਦ ਜਾ ਕੇ ਫੀਲਡ ਦੇ ਵਿੱਚ ਪਬਲਿਕ ਦਾ ਰਿਐਕਸ਼ਨ ਲੈ ਕੇ ਆਈਏ, ਜਿਹੜਾ ਕਿ ਲਾਈਵ ਹੋਊਗਾ। ਅਗਰ ਉਹ YouTube ਤੇ ਪਾ ਰਹੇ ਨੇ, ਉਹ ਕੁਝ ਸੋਚ ਸਮਝ ਕੇ ਪਾ ਰਹੇ ਹੋਣਗੇ ਹੈ ਨਾ, ਬਟ ਇੱਥੇ ਜਿਹੜੇ ਰਿਐਕਸ਼ਨਸ ਹੋਣਗੇ ਇਹ ਇਨਸਟੈਂਟ ਹੋਣਗੇ, ਨੈਚੁਰਲ ਹੋਣਗੇ, ਤੇ ਕਿਉਂ ਨਾ ਆਪਾਂ ਉਹ ਜਾ ਕੇ ਲੈ ਕੇ ਆਈਏ। ਤੇ ਅੱਜ ਜਿਹੜਾ ਆਪਾਂ ਆਪਣੇ ਆਡੀਅנס ਤੱਕ ਲੈ ਕੇ ਜਾਵਾਂਗੇ ਉਹ ਉਹਨਾਂ ਵਿੱਚੋਂ ਹੀ ਕੁਝ ਲੋਕ ਨੇ ਜਿਨ੍ਹਾਂ ਦਾ ਆਡੀਅנס ਅਸੀਂ ਉਹਨਾਂ ਤੱਕ ਪਹੁੰਚਾ ਰਹੇ ਹਾਂ, ਉਹਨਾਂ ਦਾ ਰਿਐਕਸ਼ਨ ਪਹੁੰਚਾ ਰਹੇ ਹਾਂ। ਬਿਲਕੁਲ, ਵੈਸੇ ਸਹੀ ਗੱਲ ਕੀਤੀ ਤੁਸੀਂ। ਅੱਜ ਮੈਨੂੰ ਲੱਗਦਾ ਕਿ ਮਿਹਨਤ ਕੀਤੀ ਹੈ ਨਾ ਵੀਡੀਓ ਦੇ ਉੱਤੇ। ਹਾਂ, ਮੈਂ ਕਿਹਾ ਤੁਸੀਂ ਬਹੁਤ ਸ਼ਿਕਾਇਤਾਂ ਕਰਦੇ ਹੋ ਕਿ ਮੈਂ ਕੋਈ ਕੰਮ ਨਹੀਂ ਕਰਦੀ, ਤਾਂ ਮੈਂ ਅੱਜ ਕੰਮ ਦੇਖੋ ਤੁਹਾਨੂੰ ਪਿੱਛੇ ਛੱਡਤਾ, ਮੈਂ ਇੰਨਾ ਵਧੀਆ ਕੰਮ ਕੀਤਾ। ਚਲੋ ਬਹੁਤ ਵਧੀਆ। ਵੈਸੇ ਵੀ ਕਹਿੰਦੇ ਆ ਜਨਤਾ ਜਨਾਰਦਨ ਹੈ ਨਾ, ਤੇ ਲੋਕਾਂ ਦੇ ਉੱਪਰ ਹੀ ਫੈਸਲਾ ਵੈਸੇ ਵੀ ਛੱਡ ਦੇਣਾ ਚਾਹੀਦਾ ਹੈ, ਕਿਉਂਕਿ ਅਸੀਂ
ਕੋਈ ਨਹੀਂ ਹੁੰਦੇ ਹੈਗੇ ਕੋਈ ਗੱਲ ਦਾ, ਹੈ ਨਾ, ਕੋਈ ਰਿਜ਼ਲਟ ਕੱਢਣ ਵਾਲੇ ਜਾਂ ਕੁਝ ਡਿਕਲੇਅਰ ਕਰਨ ਵਾਲੇ। ਸੋ ਬਹੁਤ ਚੰਗੀ ਤੁਸੀਂ ਮਿਹਨਤ ਕੀਤੀ ਹੈ ਤੇ ਹੋਪਸ ਲੋਕ ਜਿਹੜੇ ਹੈ ਪਸੰਦ ਕਰਨਗੇ। ਕੀ ਲੈ ਕੇ ਆਏ ਹੋ ਮੈਨੂੰ ਪਹਿਲਾਂ ਦਿਖਾਓ ਤੁਸੀਂ ਨਾਲੇ। ਜੀ ਜ਼ਰੂਰ ਤੁਹਾਨੂੰ ਦਿਖਾਉਂਗੀ, मैं दसूंगी नहीं क्योंकि दसन च वो मज़ा नहीं आना या वो तसल्ली जी नहीं मिलनी जो ਤੁਹਾਨੂੰ देख के मिलनी है। तो आओ चलो देखते हैं। मैम आपने ये जो यूट्यूब पे एक केस काफ़ी वायरल हो रहा है लवप्रीत लाडी और बेअंत कौर वाला जो कनाडा वाला केस आ रहा है, तो आपको वो पता है उसके बारे में कुछ? हाँ मैम, हमने फेसबुक पे देखा फ्लैश होता हुआ, तो काफ़ी मतलब चल रहा है। तो उसमें तो यही देखा है कि ये टोटली मतलब हम यही मानते हैं कि उस लड़की ने जस्ट लाइक मर्डर है, ठीक है ना, ये तो गलत है, क्राइम है। हाँ, उसका फ़ायदा उठाया है लड़के का, मतलब बाहर जाने के लिए उसका यूज़ किया और वहाँ जाके वो उसको बिल्कुल उनका इतना पैसा ख़राब किया। तो ये मर्डर ही है एक तरह का। हाँ, अगर आपने उसके साथ नहीं रहना तो उसके कुछ वहाँ ले जाने के लिए उसकी हेल्प करती और वहाँ जाके जो मर्जी कर सकती थी। पर ये तो बहुत बड़ी बुरी बात है। उसको मेरे को लगता है करना चाहिए डिपोर्ट ना। हमारा जो लॉ है उसको जब हमारी जो कमीशन मनीषा गुलाटी वगैरह जो एफर्ट्स कर रहे हैं, तो मुझे है कि बहुत अच्छा कि वो डिपोर्ट करे उसकी वाइफ को, जो बलजिंदर कौर है शायद, क्या नाम है, बेअंत कौर। हाँ, तो उसको इंडिया वापस लाना चाहिए। ਕਿ ਗਲਤ ਕਰਦੀਆਂ ਨੇ ਲੜਕੀਆਂ, ਕੰਟਰੈਕਟ ਮੈਰਿਜ ਕਰਵਾ ਕੇ ਜਾਂ ਕੋਈ ਵੈਸੇ ਵੀ ਕਰਵਾ ਕੇ ਤੇ ਇੱਥੇ ਹਰਾਸਮੈਂਟ ਕਰਦੀਆਂ ਨੇ ਲੜਕਿਆਂ ਨੂੰ, ਤੇ ਜਾਂ ਵੈਸੇ ਵੀ ਮਤਲਬ ਗਲਤ ਕਰਦੀਆਂ ਨੇ ਉੱਥੇ। ਮੈਡਮ ਜੋ ਵੀ ਆਪਣਾ ਹੁਣ ਕੋਈ ਵੀ ਆਪਣਾ ਘਰ ਮਤਲਬ ਇੱਕ ਵੇਚ ਕੇ ਫੀਸ ਭਰਦੇ ਨੇ ਲੜਕੇ ਵਾਲੇ ਜਾਂ ਕੁਝ ਕਰਦੇ ਨੇ, ਤੇ ਉੱਥੇ ਜਾ ਕੇ ਲੜਕੀਆਂ ਫਿਰ ਹੋਰ ਚੱਕਰਾਂ 'ਚ ਪੈ ਜਾਂਦੀਆਂ ਨੇ, ਤੇ ਉਹ ਪਿੱਛੋਂ ਲੜਕੇ ਵਿਚਾਰੇ ਫਿਰ ਸੁਸਾਈਡ ਹੀ ਕਰਦੇ ਨੇ ਮੈਡਮ। ਨਾ ਉਹਨਾਂ ਦਾ ਫਿਊਚਰ ਤੇ ਮਤਲਬ ਖਤਮ ਹੋ ਗਿਆ ਨਾ, ਉਹਨਾਂ ਦੇ ਸਿਰ ਤੇ ਵਿਚਾਰੇ ਬੈਠੇ ਰਹਿੰਦੇ ਨੇ, ਉਹ ਵੀ ਅਸੀਂ ਸਾਨੂੰ ਲੈ ਕੇ ਜਾਣਗੀਆਂ ਫੌਰਨ, ਉਹ ਇੱਥੇ ਉਹਨਾਂ ਦਾ ਫਿਊਚਰ ਖਤਮ ਹੋ ਜਾਣਾ, ਉਹ ਵਿਚਾਰੇ ਸੁਸਾਈਡ ਕਰ ਜਾਂਦੇ ਨੇ। ਹਾਂਜੀ, ਤੇ ਬਾਕੀ ਗਲਤ ਹੈ ਮੈਡਮ ਜੋ ਵੀ ਹੈ, ਕੁੜੀਆਂ ਨੂੰ ਐਵੇਂ ਨਹੀਂ ਕਰਨਾ ਚਾਹੀਦਾ। ਉਹਨੂੰ ਡਿਪੋਰਟ ਕਰਕੇ ਇੱਥੇ ਦੀ ਪੁਲਿਸ ਨੂੰ ਮਤਲਬ ਕਰਕੇ ਨਾਲ ਉਹਨਾਂ ਨੂੰ ਅੰਦਰ ਜੇਲ੍ਹ 'ਚ ਕਰਨਾ ਚਾਹੀਦਾ, ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਤਾਂ ਕਿ ਕੱਲ੍ਹ ਨੂੰ ਕੋਈ ਹੋਰ ਕੋਈ ਬਗਾਨਾ ਪੁੱਤ ਨਾ ਮਰੇ ਮੈਡਮ ਕਿਸੇ ਦਾ। ਜੈਨੂਅਨ ਅਗਰ ਹੁੰਦੀ ਮੈਡਮ, ਉਹ ਸੁਸਾਈਡ ਕਿਉਂ ਕਰਦਾ ਲੜਕਾ ਵਿਚਾਰਾ? ਕੋਈ ਨਾ ਕਿਤੇ ਤੇ ਪ੍ਰੋਬਲਮ ਰਹੀ ਹੈ ਉਹਨੂੰ, ਤਾਂ ਹੀ ਸੁਸਾਈਡ ਕੀਤਾ ਨਾ ਉਹਨੇ। ਬੇਸਿਕਲੀ ਪਹਿਲਾਂ ਤਾਂ ਲਵਪ੍ਰੀਤ ਦੀ ਫੈਮਿਲੀ ਨੂੰ ਮੇਰੇ ਵੱਲੋਂ ਕੰਡੋਲੈਂਸਿਸ ਬਹੁਤ ਜ਼ਿਆਦਾ, ਬਹੁਤ ਮਾੜਾ ਹੋਇਆ ਹੈ। ਮੈਂ ਮਤਲਬ ਲਵਪ੍ਰੀਤ ਕਦੀ ਆਪਾਂ ਮਿਲੇ ਤਾਂ ਨਹੀਂ ਹੈ, ਬਟ ਯਾਰ ਲੋੜ ਨਹੀਂ ਸੀ ਆਪਾਂ ਨੂੰ ਐਦਾਂ ਕਰਨ ਦੀ। ਤੇ ਬਾਕੀਆਂ ਲਈ ਵੀ ਮੈਂ ਇੱਕੋ ਮੈਸੇਜ ਦਊਂਗਾ ਕਿ ਲਾਈਫ 'ਚ ਅਪ ਐਂਡ ਡਾਊਨ ਆਉਂਦੇ ਰਹਿੰਦੇ ਆ, ਬਟ ਇਹਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਇੱਦਾਂ ਦੇ ਸਟੈਪ ਚੱਕੀਏ। ਔਰ ਰਿਗਾਰਡਿੰਗ ਇਹ ਜਿਹੜਾ ਮਸਲਾ ਚੱਲ ਰਿਹਾ ਮੈਡਮ, ਉਸ 'ਚ ਇਹ ਕਨਫਰਮੇਸ਼ਨ ਹਲੇ ਵੀ ਸਟਿਲ ਹੈ ਕਿ ਕਿੰਨਾ ਕੁ ਸੱਚਾਈ ਹਲੇ ਹੈ। ਕੁੜੀ ਵੱਲੋਂ ਵੀ ਕਾਫੀ ਕਮੈਂਟਸ ਆ ਰਹੇ ਹੈ, ਤਾਂ ਬੈਟਰ ਇਹ ਹੈ ਕਿ ਐਮਬੈਸੀਜ਼ ਦੋਨੋਂ ਹੈ ਉਹ ਅੱਗੇ ਆਉਣ ਅਤੇ ਇਹਨੂੰ ਸੁਲਝਾਉਣ। ਅਗਰ ਕੁੜੀ ਗਲਤ ਹੈ ਤਾਂ ਉਹਨੂੰ ਰਿਪੋਰਟ ਕੀਤਾ ਜਾਵੇ ਐਟ ਐਨੀ ਸੌਟ। ਔਰ ਇਹ ਮੈਸੇਜ ਵੀ ਜਾਏਗਾ ਅੱਗੇ ਤੋਂ ਕੋਈ ਇੱਦਾਂ ਦਾ ਸਟੈਪ ਹੋ ਰਿਹਾ, ਅਗਰ ਕਾਫੀ ਕੁੜੀਆਂ ਦਾ ਸੁਣਨ 'ਚ ਆ ਰਿਹਾ, ਤਾਂ ਉਹ ਚੀਜ਼ਾਂ ਖਤਮ ਹੋਣਗੀਆਂ। बाकी अगर कुड़ी का नहीं है तो प्लीज़ उन्होंने टॉर्चर ना किया जाए। देखिए सुसाइड करना कोई सल्यूशन नहीं है किसी भी प्रॉब्लम का। अगर वाकई में उनके साथ कुछ गलत हुआ तो उनको एस्केलेट करना चाहिए था, चीज़ों को अपनी फैमिली के साथ शेयर करना चाहिए था, फ्रेंड्स के साथ शेयर करना चाहिए था, पुलिस को बताना चाहिए था, सो दैट राइट एक्शन होता। और अगर वाकई में वो सही था, मैं तो ये भी कहूँगा तो उसको लड़की को सज़ा दिलवानी चाहिए थी, खुद को सज़ा नहीं देनी चाहिए थी। ऑब्वियसली दैट पर्सन जो जिसने सुसाइड कर लिया, उसकी गलती के साथ साथ लड़की की गलती भी हो सकती है। मैं ये नहीं कहूँगी कि है या नहीं है, वो जुडिशियल सिस्टम डिसाइड करेगा। बट डिपोर्ट करना है कि नहीं करना है, ये जुडिशियल सिस्टम के हाथ में ही रहना चाहिए फैसला। जैसे आप कह रहे हो कि व्हाट्सएप चैट्स है, व्हाट्सएप चैट में भी ऑल नो दैट इट कुड बी दोनों तरफ से आप डिलीट कर सकते हो, और किस मैसेज का क्या रिस्पॉन्स शो हो रहा है एक स्क्रीन पे, दैट कुड बी ऑल्टर्ड, उसको चेंज किया जा सकता है। तो उन चीज़ों पे बिकॉज कोर्ट भी इन चीज़ों को डायरेक्टली नहीं मानती अंटिल दे इन्वेस्टिगेट प्रॉपरली, और जो भी व्हाट्सएप का डाटा जो है वो निकलवाएंगे या जैसे भी है, तो इन चीज़ों में थॉरो इन्वेस्टिगेशन चाहिए होती है। प्राइमा फेशिया चीज़ें कैसी भी लग सकती हैं, बट इन डेप्थ अगर आप देखोगे तो वो चीज़ें अलग हो सकती हैं। बिकॉज सुसाइड के लिए आप कभी किसी को ब्लेम नहीं कर सकते। मेरी मनस्थिति क्या है वो मेरे ऊपर डिपेंड करती है। आई कैंट से एनीबडी इज लायबल फॉर इट, सो लेट इट बी इन्वेस्टिगेटेड थॉरोली। ਕਿਸੇ ਦੇ ਨਾਲ ਸਹਾਰਾ ਲੈ ਕੇ, ਕਿਸੇ ਦਾ ਪੈਸਾ ਲਗਵਾ ਕੇ, ਉਹਦੇ ਨਾਲ ਸ਼ਾਦੀ ਦਾ ਵਾਅਦਾ ਕਰਕੇ ਆਪਾਂ ਸ਼ਾਦੀ ਕਰਕੇ ਉੱਥੇ ਚਲੇ ਜਾਂਦੇ ਹਾਂ ਉਹਦੇ ਨਾਲ ਫੌਰਨ, ਬਟ ਉੱਥੇ ਜਾ ਕੇ ਫਿਰ ਆਪਾਂ ਉਹਨਾਂ ਨਾਲ ਸੈਪਰੇਸ਼ਨ ਕਰ ਲੈਂਦੇ ਹਾਂ ਜਾਂ ਉਹਨਾਂ ਨਾਲ ਤਾਲੁਕ ਆਪਣਾ ਛੋੜ ਦਿੰਦੇ ਹਾਂ, ਤਾਂ ਇਹ ਇੱਕ ਜੋ ਸ਼ਾਦੀ ਦਾ ਬਹੁਤ ਵਧੀਆ ਰਿਸ਼ਤਾ ਹੈ ਨਾ, ਉਹਦੇ 'ਤੇ ਵੀ ਕਿਤੇ ਨਾ ਕਿਤੇ ਲੋਕਾਂ ਦਾ ਵਿਸ਼ਵਾਸ ਵੀ ਉੱਠ ਜਾਂਦਾ ਹੈਗਾ। ਬਾਕੀ ਜੋ ਇਹ ਘਟਨਾ ਪਿੱਛੇ ਵਾਪਰੀ ਹੈ ਇਹ ਕਾफ़ी ਨਿੰਦਣਯੋਗ है जी, ਸਾਰੇ ਆਪਾਂ ਇਹਦੀ ਨਿੰਦਾ ਹੀ ਕਰਦੇ ਹਾਂ जी। मैम मैं यही बोलना चाहूँगी, बिकॉज़ जो लड़की ने किया वो बहुत गलत किया है, तो उसको डिपोर्ट करना ही चाहिए। बिकॉज़ एक लड़के की डेथ हुई है उस लड़की की वजह से,
हाँ जी, तो मैं तो यही बोलूँगी, लड़के ने जो भी किया उसने करा तो गलत ही है। बिकॉज अगर कोई भी प्रॉब्लम आती है तो उसका सोल्यूशन कुछ ना कुछ तो होता ही है। तो ये चीज़ लड़के ने गलत करी है, उस पर कुछ केस तो चलना ही चाहिए, क्योंकि उसकी एक रिस्पॉन्सिबिलिटी भी थी, उस पे ही, उसके बिहाफ पे ही वो लड़की बाहर गई थी। तो ये चीज़ तो होनी चाहिए। ਬੇਸ਼ੱਕ ਜੀ ਕੁੜੀ ਇੱਥੋਂ ਗਈ ਹੈ ਜੀ, ਠੀਕ ਆ ਜੀ। ਕਿਸੇ ਨੇ ਜੀ ਆਪਾਂ ਕਹਿੰਦੇ ਆ ਜੀ, ਉਹ ਵਿੱਚ ਬਹੁਤ ਮੈਡਮ ਦਾ ਵੀ ਇੱਕ ਦਾ ਇੰਟਰਵਿਊ ਆਇਆ ਸੀਗਾ, ਵਕੀਲ ਸੀਗੇ ਜੀ, ਉਹ ਕਹਿੰਦੇ ਸੀਗੇ ਵੀ ਆਪਣੇ ਦਮ ਪਰ ਜਾਣਾ ਚਾਹੀਦਾ ਜੀ। ਜੇ ਅੰਨੀਓ ਜ਼ਰੂਰਤ ਸੀਗੀ ਕੁੜੀ ਉਹ ਆਪਣੇ ਦਮ ਤੇ ਚਲੇ ਜਾਂਦੀ ਜੀ। ਉਹਨੂੰ ਸ਼ਰਮ ਆਉਣੀ ਚਾਹੀਦੀ ਹੈ ਜੀ ਕਿ ਉਹ ਕਿਸੇ ਦੇ ਪੈਸੇ ਲਵਾ ਕੇ ਗਈ ਆ। ਔਰ ਜੇ ਪੈਸੇ ਵੀ ਬੰਦਾ ਚਲੋ ਕੋਲ ਖੁੱਲੇ ਹੋਣ ਤਾਂ ਕੋਈ ਇਸ਼ੂ ਨਹੀਂ ਹੈਗਾ, ਲੱਗ ਜਾਂਦੇ ਆਪਾਂ ਵੀ ਖਰਾਬ ਕਰ ਦਿੰਦੇ ਆ ਪੈਸੇ ਜੀ, ਕੋਈ ਚੱਕਰ ਨਹੀਂ। ਪਰ ਉਹਨੂੰ ਅੰਨੀ ਕੁ ਸ਼ਰਮ ਚਾਹੀਦੀ ਆ ਕੁੜੀ ਨੂੰ। ਜੇ ਕਿਸੇ ਦਾ ਜੀ ਜ਼ਮੀਨ ਵੇਚਿਆ, ਕਰਜ਼ਾ ਚੜਿਆ, ਲੋਕਾਂ ਤੇ ਤਾਨੇ ਸੁਣੇ, ਉਹ ਪੈਸੇ ਉਹਦੇ ਲਵਾਏ, ਵਿਚਾਰੇ ਦੇ ਖਰਾਬ ਕਰੇ, ਚਲੇਗੀ ਕੁੜੀ। ਚਲੋ ਬੇਸ਼ਰਮ ਨਿਕਲੀ, ਆਪਾਂ ਮੰਨ ਲਿਆ ਜੀ। ਚਲੋ ਆਪਾਂ ਨਹੀਂ ਕਹਿੰਦੇ ਹੋਏਗੀ 1% ਮੁੰਡੇ ਦੀ ਵੀ ਗਲਤੀ, ਕਿਉਂਕਿ ਕਿਤੇ ਨਾ ਕਿਤੇ। ਪਰ ਜੀ ਮੈਂ ਇੱਕ ਕੱਲ ਦੇਖਿਆ ਜੀ, ਛੋਟੀ ਜਿਹੀ ਰਿਕਾਰਡਿੰਗ ਸੀਗੀ ਜੀ, ਇੱਕ ਐਵੇਂ ਮੈਮ ਤੁਹਾਡੇ ਮੰਗਣਾ ਇੰਟਰਵਿਊ ਲੈ ਰਹੇ ਸੀਗੇ, ਉਹਨਾਂ ਨੇ ਕੁੜੀ ਦੇ ਪਾਪਾ ਨਾਲ ਗੱਲ ਕੀਤੀ ਜੀ। ਕਹਿੰਦੀ ਵੀ ਸਰ ਤੁਸੀਂ ਆਏ ਦੱਸੋ ਜੀ ਗਲਤ ਕੌਣ ਆ, ਮੁੰਡਾ ਕਿ ਕੁੜੀ? ਉਹ ਇਹੋ ਜਿਹਾ ਬੇਸ਼ਰਮ ਬੰਦਾ ਕਹਿੰਦਾ ਤੁਸੀਂ ਮੈਡਮ ਕਿੱਕਣਾ ਪੁੱਛ ਸਕਦੇ ਆ ਸਾਡੀ ਕੁੜੀ ਗਲਤ ਆ? ਵੀ ਤੂੰ ਸ਼ਰਮ ਕਰ ਯਾਰ, ਅਗਲੇ ਦਾ ਕੱਲਾ ਕੱਲਾ ਪੁੱਤ ਮਰ ਗਿਆ, ਤੂੰ ਆਏ ਕਹਿੰਦਾ ਸਾਡੀ ਕੁੜੀ ਕਿੱਕਣਾ ਗਲਤ ਆ? ਫਿਰ ਜੇ ਤੂੰ ਅੱਡਾ ਹੀ ਉਹ ਕਹਿਣੇ ਵਾਲਾ ਹੰਕਾਰੀ ਹੋ ਗਿਆ ਤਾਂ ਤੂੰ ਆਪਣੇ ਦਮ ਪਰ ਭੇਜਦਾ। ਤੂੰ ਕਿਸੇ ਦੀ ਜ਼ਮੀਨ ਕਿਸੇ ਦੇ ਸਿਰ ਕਰਜ਼ਾ ਚੜਾ ਕੇ ਕਿਉਂ ਭੇਜਦਾ? ਤੂੰ ਆਪਣੇ ਆਪ ਭੇਜਦਾ। ਜਾਂ ਤੂੰ ਕਹਿ ਵੀ ਹਾਂ ਸਾਡੇ ਬਈ ਚੱਲ ਗਲਤੀ ਹੁੰਦੀ ਹੈ ਜੀ, ਅਸੀਂ ਬਹੁਤ ਗਲਤੀਆਂ ਕਰੀਆਂ, ਹੋਰ ਨੇ ਵੀ ਕੀਤੀਆਂ ਹੋਣਗੀਆਂ ਜੀ। ਜਾਂ ਤੂੰ ਐਂ ਕਹੇ ਬਈ ਸਾਡੇ ਧੀ ਪੁੱਤ ਕੋਲ ਤੇ ਗਲਤੀ ਹੋ ਗਈ ਜੀ, ਅਸੀਂ ਮੰਨਦੇ ਹਾਂ ਵੀ ਉਹਨੇ ਉਹਦੇ ਪੈਸੇ ਖਰਾਬ ਕਰਤੇ, ਉਹਨੂੰ ਬਾਹਰ ਨਹੀਂ ਲੈ ਕੇ ਗਈ। ਹਰੇਕ ਬੰਦੇ ਦੇ ਮਨ 'ਚ ਲਾਲਸਾ ਹੁੰਦੀ ਹੈ ਜੀ ਬਈ ਕਿ ਉਹ ਜ਼ਿੰਦਗੀ 'ਚ ਕੋਈ ਨਾ ਕੋਈ ਏਮ ਜ਼ਰੂਰ ਹਾਸਲ ਕਰੇ ਜੀ। ਉਹਦੇ ਵਿਚਾਰੇ ਦੇ ਮਨ 'ਚ ਐਵੇਂ ਸੀ ਕਿ ਮੈਂ ਆਪ ਨਹੀਂ ਆਈਲੈਟਸ ਕਰ ਸਕਦਾ, ਮੈਂ ਕਿਸੇ ਦੇ ਥਰੂ ਬਾਹਰ ਜਾਵਾਂ ਜੀ। ਅਸੀਂ ਕਿਸੇ ਪਰ ਅਸੀਂ ਆਪਣੇ ਆਪ ਪਰ ਲਾਉਂਦੇ ਹਾਂ ਜੀ। ਮੇਰੇ ਤੋਂ ਜੀ +2 ਨਹੀਂ ਕੰਪਲੀਟ ਹੋਈ ਜੀ, ਸੱਚੀ ਗੱਲ ਜਿਹੜੀ ਦੱਸੀ ਹੈ ਜੀ, ਠੀਕ ਹੈ ਜੀ। ਉਹਨੇ ਵਿਚਾਰੇ ਨੇ, ਉਹਨੇ ਵੀ ਨਹੀਂ, ਉਹ ਤੋਂ ਵੀ ਨਹੀਂ ਹੋ ਸਕਦੀ ਸੀ ਆਈਲੈਟਸ, ਉਹਨੇ ਆਲਾ ਜਰੀਆ ਲੱਭ ਲਿਆ। ਬਹੁਤ ਲੋਕ ਜਾਂਦੇ ਆ ਜੀ, ਸਾਡੇ ਖੁਦ ਦੇ ਰਿਸ਼ਤੇਦਾਰ ਗਏ ਹੋਏ ਆ, ਕੁੜੀਆਂ ਲੈ ਗਈਆਂ ਕੁਛ ਵਿੱਚ, ਚਲੋ ਇਹੀ ਜਿਹੀਆਂ ਨਿਕਲ ਜਾਂਦੀਆਂ ਜਿਹੜੀਆਂ ਨਹੀਂ ਲੈ ਕੇ ਜਾਂਦੀਆਂ। ਚਲ ਉਹਨਾਂ ਨੂੰ ਜੀ ਆਪਾਂ ਐਂ ਕਹਿਣਾ ਚਾਹੁੰਦੇ ਆ ਵੀ ਸ਼ਰਮ ਆਉਣੀ ਚਾਹੀਦੀ ਹੈ ਜੀ। ਉਹ ਤੋਂ ਬਾਅਦ ਕੁੜੀ ਦੇ ਮਾਂ-ਬਾਪ ਨੂੰ ਵੀ ਥੋੜ੍ਹੀ, ਬਾਪ ਨੂੰ ਤਾਂ ਕੁਛ ਖਾਸ ਕਰਕੇ ਸ਼ਰਮ ਚਾਹੀਦੀ ਹੈ, ਜਿਹੜਾ ਕਹਿੰਦਾ ਵੀ ਮੇਰੀ ਕੁੜੀ ਦੀ ਗਲਤੀ ਉਹ ਹੈ ਨਹੀਂ। ਵੀ ਤੂੰ ਮਾੜਾ ਜਿਹਾ ਤਾਂ ਸੋਚ ਲੈ, ਅਗਲੇ ਦਾ ਪੁੱਤ ਮਰਵਾਤਾ ਕੱਲਾ ਕੱਲਾ, ਹਾਲੇ ਤੂੰ ਕਹਿੰਦਾ ਗਲਤੀ ਨਹੀਂ ਹੈ। ਉਹ ਉੱਧਰ ਕਹੀ ਜਾਂਦੀ ਹੈ ਜੀ ਇੱਕ ਦੀ ਡੈਥ ਹੋ ਗਈ, ਤੁਸੀਂ ਦੂਏ ਦੀ ਵੀ ਡੈਥ ਕਰਵਾ ਦੇਣੀ, ਹੋਈ ਵੀ ਤਾਂ ਤੇਰੇ ਕਰਕੇ ਆ, ਹੋ ਜਵੇ ਤੇਰੀ ਵਧੀਆ ਗੱਲ। ਇੰਟਰਵਿਊ 'ਚ ਕਹਿੰਦੀ ਜੀ ਇੱਕ ਦੀ ਤਾਂ ਡੈਥ ਹੋ ਗਈ ਜੀ, 2 ਅੱਖਾਂ 'ਚੋਂ ਹੰਝੂ ਕੱਢੇ, ਦੂਏ ਦੀ ਵੀ ਡੈਥ ਹੋ ਜਵੇ। ਐਂ ਤਾਂ ਹੁਣ ਇੱਕ ਮਿੰਟ, ਮੈਂ ਨਹੀਂ ਕਹਿੰਦਾ ਜੀ ਮੁੰਡੇ ਦੇ ਮਾਂ-ਬਾਪ ਆ, ਉਹਦੀ ਮਾਂ ਕਹਿ ਦੇਵੇ, ਬਾਪ ਕਹਿ ਦੇਵੇ 2 ਅੱਖਾਂ 'ਚੋਂ ਹੰਝੂ ਕੱਢ, ਹਾਂਜੀ ਵੀ ਸਾਡੇ ਮੁੰਡੇ ਦੀ ਤਾਂ ਡੈਥ ਹੋ ਜਵੇ, ਇਹਨਾਂ ਦੀ ਵੀ ਕੁੜੀ ਮਰ ਜਾਵੇ, ਹੁਣ ਉਹ ਲੈ ਲੂਗੀ ਫਾਹਾ, ਕਿਤੇ ਖਾ ਲੂਗੀ ਸਲਵਾਸ। ਅਸੀਂ ਜੀ ਇਹੀ ਚੀਜ਼ ਕਹਿਣੀ ਚਾਹੁੰਦੇ ਆ ਵੀ ਚਲੋ ਸੋਚਣ ਮੁੰਡੇ ਵਾਲੇ ਵੀ। ਆਪਾਂ ਨਹੀਂ ਕਹਿੰਦੇ ਹਰੇਕ ਕੁੜੀ ਵੀ ਨਹੀਂ ਗਲਤ ਹੈਗੀ, ਹਰੇਕ ਮੁੰਡਾ ਵੀ ਨਹੀਂ ਗਲਤ ਹੈਗਾ, ਬਹੁਤ ਮੁੰਡੇ ਵੀ ਗਲਤ ਹੈ ਜੀ। ਕਿਸੇ ਦੇ ਅੱਗੇ ਕੁੜੀ ਹੋ ਜਵੇ ਧੱਕੇ ਮਾਰ ਕੇ ਘਰ ਤੇ ਕੱਢ ਦਿੰਦੇ ਆ ਮੁੰਡੇ ਵੀ ਕਾਹਤੇ ਤੇਰੇ ਕੁੜੀ ਜੰਮ ਗਈ ਜੀ। ਪਰ ਐਂ ਆ ਵੀ ਕੁਛ ਕੁ ਕੁੜੀਆਂ ਨੂੰ ਵੀ ਆਲੀ ਚੀਜ਼ ਸੋਚਣੀ ਚਾਹੀਦੀ ਆ ਬਈ ਅਸੀਂ ਜੇ ਕਿਸੇ ਦਾ ਪੈਸਾ ਲਵਾਉਂਦੇ ਆ ਤਾਂ ਸਾਨੂੰ ਐਵੇਂ ਦਾ ਕਦਮ ਨਹੀਂ ਚੁੱਕਣਾ ਚਾਹੀਦਾ। ਜੇ ਕਿਸੇ ਕੋਲ ਪੈਸਾ ਹੀ ਅੰਮਣ ਮੱਤਾ ਹੈ, ਉਹ ਗੱਲ ਲੈ ਦੀ ਹਾਂਜੀ ਉਰੇ ਮੈਂ ਕਰੋੜ ਰੁਪਏ ਦੀ ਗੱਡੀ ਚੱਕੀ ਫਿਰਦਾ, ਮੇਰਾ 15-20 ਲੱਖ ਖਰਾਬ ਹੋ ਜਾਵੇ, ਕੋਈ ਬੜੀ ਗੱਲ ਨਹੀਂ ਹੈਗੀ। ਆਪਾਂ ਆਹੀ ਕਹਿਣਾ ਚਾਹੁੰਦੇ ਆ ਜੀ। ਇਸ ਕੇਸ ਵਿੱਚ ਕੁੜੀ ਦੀ ਗਲਤੀ ਸੀਗੀ, ਪਰ ਇਸ ਤੋਂ ਬਿਨਾਂ ਹੋਰ ਇਹ ਜੇ ਬਹੁਤ ਕੇਸ ਹੋਏ ਹੋਣਗੇ ਜਿੱਥੇ ਮੁੰਡਿਆਂ ਦੀ ਵੀ ਗਲਤੀ ਹੋਏਗੀ। ਕੁੜੀ ਗਲਤ ਹੈ, ਮੁੰਡਾ ਸਹੀ ਹੈ ਜੀ। ਡਿਪੋਰਟ ਤਾਂ ਦੇਖੋ ਹੋਣਾ ਚਾਹੀਦਾ। ਕਦੇ ਵੀ ਤੁਸੀਂ ਗਲਤੀ ਦੇਖ ਲਓ ਇੱਕ ਪੱਖ ਦੀ, ਚਲੋ ਦੋਨਾਂ ਦੀ ਮੰਨਦੇ, ਮੁੰਡੇ ਨੇ ਸੁਸਾਈਡ ਕੀਤਾ, ਇਦਾਂ ਕੁੜੀ ਕਹਿੰਦੀ ਤੁਸੀਂ ਦੋਨਾਂ ਹੀ ਤੁਸੀਂ ਉਹ ਆਪ ਸੁਸਾਈਡ ਕਰ ਲਓਗੇ। ਤੁਸੀਂ ਸੁਸਾਈਡ ਕਰਨਾ ਇੱਕ ਸੌਖੀ ਗੱਲ ਨਹੀਂ ਆ। ਮੁੰਡੇ ਨੇ ਐਡਾ ਔਖਾ ਸੁਸਾਈਡ ਕੀਤਾ, ਛੋਟੀ ਮੋਟੀ ਗੱਲ ਹੈ। ਆਪਾਂ ਸੋਚ ਲੈਂਦੇ ਸੁਸਾਈਡ ਕਰਨਾ ਸੌਖਾ ਨਹੀਂ ਆ, ਮੁੰਡੇ ਨੇ ਕੋਈ ਸੋਚ ਸਮਝ ਕੇ ਸੁਸਾਈਡ ਕੀਤਾ। ਹਾਂ ਮੇਰੀ ਜ਼ਿੰਦਗੀ ਖਰਾਬ ਹੋਈ, ਜਿੱਦਾਂ ਉਹਨੇ ਘਰਦਿਆਂ ਨੂੰ ਵੀ ਨਹੀਂ ਦੱਸਿਆ। ਜੇ ਘਰਦਿਆਂ ਨੂੰ, ਜੇ ਉਹ ਘਰਦਿਆਂ ਨੂੰ ਦੱਸਦਾ ਉਹਦੇ ਘਰ ਦੇ ਸੁਸਾਈਡ ਕਰਦੇ, ਉਹਦੀ ਕੀ ਜ਼ਿੰਦਗੀ ਰਹਿ ਗਈ। ਘਰਦਿਆਂ ਨੇ ਇੱਕੋ ਇੱਕ ਮੁੰਡਾ ਸੀ, ਚਲੋ ਆਪਣਾ ਸਾਡਾ ਹੀ ਮੰਨਦੇ, ਚਲੋ ਅਸੀਂ ਮਾਂ-ਬਾਪ ਦੇ ਇਕੱਲੇ ਮੁੰਡੇ ਆ, ਅਸੀਂ ਉਹ ਮਰਜ਼ੀ ਪਿੱਛੇ ਮਾਂ-ਬਾਪ ਦਾ ਰਹਿ ਕੀ ਗਿਆ, ਉਹਨਾਂ ਨੇ ਬਾਹਰ ਜਾ ਕੇ ਕਰਨਾ ਕੀ ਹੋਆ, ਤੁਸੀਂ ਆਪ ਦੱਸੋ। ਇਹ ਹਿਸਾਬ ਨਾਲ ਤਾਂ ਕੁੜੀਆਂ ਡਿਪੋਰਟ ਹੋਣੀਆਂ ਚਾਹੀਦੀਆਂ। ਗਲਤ ਚਲੋ ਅਸੀਂ ਐਂ ਨਹੀਂ ਕਹਿੰਦੇ ਵੀ ਕੁੜੀਆਂ ਹੀ ਗਲਤ ਨੇ, ਮੁੰਡੇ ਵੀ ਗਲਤ ਹੁੰਦੇ ਨੇ, ਪਰ ਇਸ ਸਮੇਂ ਤੇ ਮੁੰਡਾ ਸਹੀ ਸੀਗਾ, ਇਸ ਦਾ ਇਹ ਮੰਨਦੇ ਆ ਜੀ। ਬਾਕੀ ਕੁੜੀ ਡਿਪੋਰਟ ਹੋਣੀ ਚਾਹੀਦੀ ਆ। ਇਹੋ ਜਿਹੀ ਕੁੜੀਆਂ ਨੂੰ ਬਾਹਰ ਜਾ ਕੇ ਸੋਚਣਾ ਚਾਹੀਦਾ। ਚਲੋ ਅਸੀਂ ਪੈਸੇ ਲਾਉਂਦੇ ਆ, ਅਸੀਂ ਮੰਨਿਆ ਸਾਤੋਂ ਨਹੀਂ ਆਇਲਸ ਹੁੰਦੀ ਆ, ਤੋ ਬਾਹਰ ਜਾ ਕੇ ਅਸੀਂ ਪੈਸੇ ਲਾਉਂਦੇ, ਅਸੀਂ ਬਾਹਰ ਜਾਣ ਦਾ ਜਰੀਆ ਲੱਭਿਆ, ਚਲੋ ਇੱਕ ਜਾਣਾ ਚਾਹੀਦਾ ਆ। ਵੀ ਹਰੇਕ ਆਪਣਾ ਏਮ ਸੋਚਦਾ, ਇੱਥੇ ਨਹੀਂ ਜੋਬ ਮਿਲਦੀ, ਸਰਕਾਰਾਂ ਨਹੀਂ ਜੋਬ ਦਿੰਦੀਆਂ, ਤਾਂ ਅਸੀਂ ਅੱਕ ਕੇ ਐਡਾ ਕੌੜਾ ਕੁੱਟ ਚੱਬਦੇ ਆ ਜੀ। ਤੇ ਅਸੀਂ ਜ਼ਮੀਨਾਂ ਗਹਿਣੇ ਰੱਖ ਕੇ ਐਡਾ
ਪੈਸੇ ਲੈ ਕੇ ਉਹਨਾਂ ਨੂੰ ਬਾਹਰ ਭੇਜਦੇ ਹੋ, ਬਾਹਰ ਜਾ ਕੇ ਐਡਾ ਮੁੱਕਰ ਜਾਂਦੀਆਂ ਜੀ ਤੇ ਉਹ ਸਾਡੇ ਪੈਸੇ ਤੇ ਹੀ ਜਾਂਦੀਆਂ। ਉਹਨਾਂ ਦੇ ਮਾਪੇ ਕਹਿੰਦੇ ਨਹੀਂ ਮੁੰਡੇ ਦੀ ਗਲਤੀ ਸੀਗੀ, ਤੇ ਮੁੰਡੇ ਦੀ ਗਲਤੀ ਸੀਗੀ, ਮੁੰਡੇ ਤੋਂ ਪੈਸੇ ਕਿਉਂ ਲਵਾਏ, ਤੁਸੀਂ ਆਪ ਲਾ ਲੈਂਦੇ। ਕੁੜੀ ਦੇ ਮਾਪੇ ਕਈ ਵਾਰ ਆਪ ਜਾ ਕੇ ਮੁੰਡੇ ਦੇ ਘਰ ਰਿਸ਼ਤਾ ਭੇਜ ਦੇਣ ਵੀ ਸਾਡੀ ਕੁੜੀ ਨੇ ਐਲਸ ਕੀਤੀ, ਤੁਸੀਂ ਰਿਸ਼ਤਾ ਕਰੋ, ਤੁਸੀਂ ਪੈਸੇ ਲਾਓ, ਬਾਹਰ ਲੈ ਜੂਗੀ ਸਾਡੀ ਕੁੜੀ ਤੁਹਾਡੇ ਮੁੰਡੇ ਨੂੰ। ਇਹ 'ਚ ਹੁਣ ਤੁਸੀਂ ਗਲਤੀ ਦੱਸੋ ਕਿਹਦੀ ਹੁੰਦੀ ਹੈ? ਕੁੜੀ ਵਾਲਿਆਂ ਦੇ ਮੁੰਡੇ ਆ, ਦੋਨਾਂ ਦੀ ਸਹਿਮਤੀ ਨਾਲ ਜਾਂਦੇ ਆ, ਤੇ ਹੁਣ ਸਹਿਮਤੀ ਗਲਤੀ ਦੋਨਾਂ ਦੀ ਮੰਨੀ। ਹੁਣ ਬਾਹਰ ਜਾ ਕੇ ਤਾਂ ਕੁੜੀ ਨੂੰ ਇਹ ਸੋਚਣਾ ਚਾਹੀਦਾ ਵੀ ਮੈਂ ਪੈਸੇ ਲਵਾ ਕੇ ਆਈ ਹਾਂ, ਜਿੱਦਾਂ ਮੈਂ ਉਹਨਾਂ ਬਾਰੇ ਸੋਚਣਾ ਚਾਹੀਦਾ ਹੈ ਵੀ ਉਹਨੂੰ ਬਾਹਰ ਲੈ ਕੇ ਜਾਣਾ ਆ ਮੈਂ। ਚਲੋ ਅਸੀਂ ਆਪ ਐਲਸ ਕੀਤੀ, ਹੁਣ ਅਸੀਂ ਆਪ ਬਾਹਰ ਜਾਣਾ, ਸਾਨੂੰ ਬਾਹਰ ਜਾ ਕੇ ਸੋਚਦੇ ਸੀ ਯਾਨੀ ਮਾਂ ਬਾਪ ਨੂੰ ਬਾਹਰ ਬੁਲਾਵਾਂਗੇ। ਹੁਣ ਉਹ ਹਿਸਾਬ ਨਾਲ ਸਾਰਾ ਕੁਝ ਤਾਂ ਉਹਦਾ ਕੁੜੀ ਦਾ ਮੁੰਡਾ ਹੀ ਸੀਗਾ ਜੀ, ਉਹਦੇ ਨਾਲ ਵਿਆਹ ਕਰਕੇ ਉਹਨਾਂ ਦੇ ਘਰੇ ਆਈ। ਹੁਣ ਕਹਿੰਦੀ ਮੈਂ ਵਾਪਸ ਉਹਦੇ ਘਰ ਜਾਵਾਂਗੀ, ਉਹ ਕਿਸ ਮੂੰਹ ਨਾਲ ਉਹਦੇ ਮਾਂ ਬਾਪ ਮੁੰਡੇ ਦੇ ਉਹਨੂੰ ਰੱਖਣਗੇ ਕੁੜੀ ਨੂੰ ਵੀ ਸਾਡਾ ਮੁੰਡਾ ਹੀ ਨਹੀਂ ਰਿਹਾ। ਚਲੋ ਅਸੀਂ ਨੂੰਹ ਨੂੰ ਕੀ ਰੱਖ ਕੇ ਕੀ ਕਰਨਾ ਹੈ। ਚਲੋ ਇਸ ਟਾਈਮ ਕੁੜੀ ਦੇ ਮੁੰਡੇ ਦੇ ਮਾਂ ਬਾਪ ਵੀ ਇਹ ਕਹਿ ਰਹੇ ਚਲੋ ਸਾਨੂੰ ਕੋਈ ਦੁੱਖ ਨਹੀਂ ਹੈ, ਪਰ ਕੁੜੀ ਡਿਪੋਰਟ ਹੋਣੀ ਚਾਹੀਦੀ ਆ ਵੀ ਅੱਗੇ ਨੂੰ ਉਹਨਾਂ ਕੁੜੀਆਂ ਨੂੰ ਪਤਾ ਲੱਗੇ ਜਿਹੜੀਆਂ ਅੱਗੇ ਧੋਖਾ ਕਰਦੀਆਂ ਨੇ, ਅੱਗੇ ਨੂੰ ਨਾ ਕਿਸੇ ਮੁੰਡੇ ਨਾਲ ਧੋਖਾ ਨਾ ਹੋਵੇ। ਸਾਡਾ ਮੁੰਡਾ ਗਿਆ ਵੀ ਕਿਸੇ ਦਾ ਮੁੰਡੇ ਨਾਲ ਜਾਵੇ, ਅੱਗੇ ਨੂੰ ਇਹ ਸੋਚਦੇ ਨੇ। ਚਲੋ ਇਹ ਹਿਸਾਬ ਨਾਲ ਡਿਪੋਰਟ ਹੋਣੀ ਚਾਹੀਦੀ, ਅੱਗੇ ਨੂੰ ਕੁੜੀਆਂ ਨੂੰ ਮੱਤ ਆਏਗੀ ਇਹ ਗੱਲ ਦੀ, ਤੇ ਇਹ ਗੱਲ ਦਾ ਉਹਨਾਂ ਨੂੰ ਸੋਚਣਾ ਚਾਹੀਦਾ। ਉਹ ਮੁੰਡੇ ਦੀ ਇਕੱਲੀ ਸੁਸਾਇਡ ਨਹੀਂ ਆ, ਉਹ ਕੁਰਬਾਨੀ ਆ ਸਾਰੇ ਮੁੰਡਿਆਂ ਵਾਸਤੇ। ਇਹਨਾਂ ਦੀਆਂ ਘਰ ਵਾਲੀਆਂ ਬਾਹਰ ਜਾ ਕੇ ਮੁੱਕ ਰਹੀਆਂ, ਕਿੰਨੇ ਕੁ ਕੇਸ ਬਾਹਰ ਨਿਕਲੇ। ਜਿਹੜੀ ਉਹ ਮੈਮ ਇੱਕ ਵਕੀਲ ਹੈ, ਉਹਨਾਂ ਨੇ ਦੇਖਿਆ ਕਿੰਨੇ ਕੇਸ ਬਾਹਰ ਆਏ ਆ, ਉਹਦੇ ਕਰਕੇ ਮੁੰਡੇ ਦੀ ਇੱਕ ਕੁਰਬਾਨੀ ਹੋਆ ਸਾਰੇ ਪੰਜਾਬ ਵਾਸਤੇ। ਉਹ ਸਾਰਿਆਂ ਦਾ ਪਤਾ ਲੱਗੂਗਾ ਜਿਨ੍ਹਾਂ ਨੇ ਸੁਸਾइड किया है मुंडे ने। डिपोर्ट करने का सेंस भी क्या ही है, अगर डिपोर्ट कर भी देंगे तो उससे क्या अचीव हो जाएगा? ना तो लड़की की मेंटालिटी बदलेगी, ना किसी और को कुछ ऐसा कोई ऐसा एक्सपीरियंस नहीं है कि एग्जाम्पल सेट होगा कि आपको ऐसा नहीं करना चाहिए। अगर पनिश करना है तो किसी ऐसी वे में तो करे कि आज के बाद लड़कियां भी सोचे, लड़के भी सोचे। मतलब डिपोर्ट करना इज़ नो सोल्यूशन टू दिस प्रॉब्लम। हमें मतलब मेरा ये मानना है कि उसको ऐसा स्टेप नहीं लेना चाहिए था। मिल करके कुछ इसका मतलब लड़की वालों के पेरेंट्स वगैरह से मिल करके कोई ऐसा हल ढूंढना चाहिए था कि दोनों की आपस की अंडरस्टैंडिंग कुछ बन जाती, जो कि फ्यूचर के लिए बेटर रहता। ਜਿੱਥੋਂ ਤੱਕ ਮੀਡੀਆ ਦੇ ਸਾਹਮਣੇ ਆਈ ਹੈ ਗੱਲ, ਉਸ ਕੇਸ ਦੇ ਵਿੱਚ ਕੁੜੀ ਹੀ ਗਲਤ ਹੈ, ਕਿਉਂਕਿ ਜੋ ਵੀ ਆਪਾਂ ਸੁਣਿਆ ਹੁਣ ਤੱਕ, ਜੋ ਵੀ ਮੀਡੀਆ ਦੇ ਸਾਹਮਣੇ ਆਇਆ ਹੈ, ਜੇ ਆਪਾਂ ਦੋਨੇ ਪੱਖ ਦੇਖੀਏ, ਦੋਵੇਂ ਪੱਖ ਸੁਣ ਕੇ ਆਪਾਂ ਨੂੰ ਕੁੜੀ ਹੀ ਗਲਤ ਲੱਗਦੀ ਹੈ। ਗਵਰਨਮੈਂਟ ਨੂੰ ਐਕਸ਼ਨ ਸਖਤ ਲੈਣਾ ਚਾਹੀਦਾ ਤੇ ਕੱਲ੍ਹ ਨੂੰ ਕਿਸੇ ਹੋਰ ਬੱਚੇ ਨਾਲ ਇਦਾਂ ਦਾ ਨਾ ਹੋਵੇ, ਤੇ ਜੇ ਉਹਨੂੰ ਰਿਪੋਰਟ ਕਰਨਾ ਚਾਹੀਦਾ, ਨਾਲੇ ਪੈਸੇ ਦੀ ਭਰਪਾਈ ਕਰੇ ਆ ਕੇ, ਕਿਉਂਕਿ ਅੱਗੇ ਵਾਸਤੇ ਕੁੜੀਆਂ ਸੋਚਣੀਆਂ ਵੀ ਅਸੀਂ ਕੋਈ ਗਲਤ ਵੀ ਉੱਥੋਂ ਜਾ ਕੇ ਛੱਡੀਏ ਨਾ। ਹਾਂਜੀ ਦੇਖਿਆ ਸੱਤੀ ਜੀ ਫਿਰ ਬਿਲਕੁਲ ਨੈਂਸੀ, ਮਤਲਬ ਕਿ ਲੋਕਾਂ ਦੇ ਵੱਖ-ਵੱਖ ਵਿਚਾਰ ਜਿਹੜੇ ਹੈਗੇ ਆ ਉਹ ਸੁਣੇ ਹੋਣਗੇ। ਉਮੀਦ ਕਰਦਾ ਕਿ ਜਿਹੜੀ ਆਡੀਅנס ਵੀ ਸਾਡੀ ਉਹਨਾਂ ਨੇ ਸੁਣੇ ਹੋਣਗੇ ਤੇ ਵਾਕਈ ਸੱਚੀਆਂ ਗੱਲਾਂ ਕਹੀਆਂ ਇਹਨਾਂ ਨੇ। ਚਲੋ ਇਹ ਤਾਂ ਰਹੀ ਸਾਡੀ ਪਬਲਿਕ ਦੀ ਰਾਏ ਕਿ ਉਹਨਾਂ ਦਾ ਕੀ ਸੋਚਣਾ ਹੈ ਜਾਂ ਉਹਨਾਂ ਦਾ ਕੀ ਓਪੀਨੀਅਨ ਹੈ। ਜੇ ਮੈਂ ਹੁਣ ਤੁਹਾਡੇ ਤੇ ਆਵਾਂ, ਮੈਂ ਤੁਹਾਡੀ ਗੱਲ ਕਰਾਂ, ਤੁਹਾਡਾ ਦਿਲ ਕੀ ਕਹਿੰਦਾ ਜਾਂ ਤੁਹਾਡਾ ਜ਼ਮੀਰ ਕੀ ਕਹਿੰਦਾ ਵੀ ਕੀ ਸਹੀ ਹੈ ਤੇ ਕੀ ਗਲਤ ਹੈ? ਦੇਖੋ, ਸਹੀ ਤੇ ਗਲਤ ਦਾ ਫੈਸਲਾ ਕਰਨ ਵਾਲੇ ਤਾਂ ਅਸੀਂ ਕੌਣ ਹੁੰਦੇ ਹਾਂ, ਹੈ ਨਾ, ਪਹਿਲੀ ਗੱਲ ਤਾਂ। ਤੇ ਵੈਸੇ ਜੇ ਆਪਾਂ ਉੱਦਾਂ ਪਬਲਿਕਲੀ ਗੱਲ ਕਰੀਏ, ਜਿਵੇਂ ਹੁਣ ਸੋਸ਼ਲ ਮੀਡੀਆ ਤੇ ਸਾਰੇ ਜਾਣਦੇ ਨੇ, ਇੱਕ ਗੱਲ ਦੇ ਵਿੱਚ ਤਾਂ ਕੋਈ ਝੂਠ ਨਹੀਂ ਹੈਗਾ ਕਿ ਜਿਹੜੇ ਘਰ ਦਾ ਜੀ ਚਲਾ ਜਾਵੇ, ਹੈ ਨਾ, ਖਾਸ ਕਰਕੇ ਜਿਹੜੇ ਮਾਪਿਓ ਦੀ ਇਕਲੌਤੀ ਔਲਾਦ ਜਿਹੜੀ ਉਹ ਚਲੀ ਜਾਵੇ ਦੁਨੀਆ ਤੋਂ, ਉਸ ਤੋਂ ਵੱਡਾ ਕਹਿਰ ਉਹਨਾਂ ਦੇ ਉੱਪਰ ਕੋਈ ਬੀਤ ਨਹੀਂ ਸਕਦਾ ਬੇਸਿਕਲੀ, ਹੈ ਨਾ, ਕਿਉਂਕਿ ਉਹਨਾਂ ਦਾ ਇਕਲੌਤਾ ਸਹਾਰਾ ਸੀਗਾ, ਆਪਾਂ ਸਾਰੇ ਜਾਣਦੇ ਹਾਂ। ਤੇ ਜਦੋਂ ਉਹੀ ਚਲਾ ਗਿਆ, ਉਹਨਾਂ ਦੀ ਦੁਨੀਆ ਵੈਸੇ ਹੀ ਖਤਮ ਹੋ ਗਈ। ਜੀ ਬਿਲਕੁਲ, ਪੈਸਾ ਪਹਿਲਾਂ ਚਲਾ ਗਿਆ, ਜ਼ਮੀਨ ਪਹਿਲਾਂ ਚਲੀ ਗਈ, ਤੇ ਹੁਣ ਜਿਹੜਾ ਇੱਕ ਪੁੱਤ ਜਿਹਨੂੰ ਦੇਖਦੇ ਕਿ ਜਿਉਂਦੇ ਸੀਗੇ, ਜਿਸ ਤੋਂ ਕੁਝ ਆਸ ਸੀਗੀ ਕਿ ਜ਼ਿੰਦਗੀ ਦੇ ਵਿੱਚ ਚਲੋ ਪੈਸਾ ਆਉਂਦਾ ਜਾਂਦਾ ਚਲਾ ਜਾਂਦਾ, ਹੈ ਨਾ, ਪਰ ਜਿਹੜਾ ਔਲਾਦ ਹੈ ਉਹ ਮਤਲਬ ਕਿ ਦੁਬਾਰਾ ਨਹੀਂ ਕਦੇ ਵੀ ਮਿਲਦੀ ਹੈਗੀ, ਜਾਂ ਮਾਪਿਓ ਨਹੀਂ ਦੁਬਾਰਾ ਮਿਲਦੇ ਹੈਗੇ, ਜਾਂ ਮਾਪਿਓ ਨੂੰ ਔਲਾਦ ਜਿਹੜੀ ਹੈਗੀ, ਹੈ ਨਾ, ਜਦੋਂ ਇਕਲੌਤੀ ਹੋਵੇ ਖਾਸ ਕਰਕੇ। ਜੀ ਬਿਲਕੁਲ, ਤੇ ਉਹ ਚੀਜ਼ ਬਹੁਤ ਵੱਡੀ ਇੱਕ ਝਟਕਾ ਦਿੰਦੀ ਹੈ। ਸੋ ਮੇਰਾ ਤਾਂ ਕਹਿਣਾ ਇਹ ਹੈ ਬੇਸਿਕਲੀ ਕਿ ਜਿਹੜੇ ਵੀ ਬੰਦੇ ਐਦਾਂ ਦਾ ਸਟੈਪ ਚੱਕਦੇ ਨੇ, ਹੁਣ ਤਾਂ ਵੈਸੇ ਖਾਸ ਕਰਕੇ ਆਪਾਂ ਜੇ ਦੇਖੀਏ ਬਹੁਤ ਸਾਰੇ ਐਸੇ ਕੇਸ ਆ ਗਏ, ਕੱਲਾ ਇੱਕ ਬਿਆਨ ਤੌਰ ਲਵਪ੍ਰੀਤ ਵਾਲਾ ਨਹੀਂ ਹੈਗਾ, ਉਸ ਤੋਂ ਇਲਾਵਾ ਵੀ ਕੈਨੇਡਾ ਦੇ ਵਿੱਚ ਕਿੰਨੇ ਹੀ ਕੁੜੀਆਂ ਦੇ ਐਸੇ ਕੇਸ ਆ ਚੁੱਕੇ ਨੇ ਕਿ ਜਿਨ੍ਹਾਂ ਬਾਰੇ ਪਤਾ ਲੱਗਦਾ ਹੈ ਕਿ ਕੋਈ ਕਿਸੇ ਤਰੀਕੇ ਨਾਲ ਗਈ ਹੋਈ ਹੈ, ਕੋਈ ਕਿਸੇ ਤਰੀਕੇ ਨਾਲ ਗਈ ਹੋਈ ਹੈ। ਤੇ ਬਹੁਤ ਮਾੜੀ ਗੱਲ ਹੈ ਆਪਣੇ ਪੰਜਾਬੀਆਂ ਵਾਸਤੇ ਵੀ, ਤੇ ਉੱਦਾਂ ਵੀ ਜੇ ਆਪਾਂ ਸੁਸਾਇਟੀ ਦੀ ਗੱਲ ਕਰੀਏ, ਸਾਰੀ ਸੁਸਾਇਟੀ ਵਾਸਤੇ ਵੀ। ਬਿਲਕੁਲ ਸਹੀ ਗੱਲ ਹੈ ਸੱਤੀ ਜੀ। ਇੱਥੇ ਮੈਂ ਵੀ ਇਹੀ ਚੀਜ਼ ਕਹਿਣਾ ਚਾਹੂੰਗੀ ਕਿ ਚਲੋ ਆਪਾਂ ਕਿਸੇ ਨੂੰ ਸਹੀ ਗਲਤ ਨਹੀਂ ਕਹਿੰਦੇ, ਕਿਉਂਕਿ ਹੁਣ ਅਗਰ ਆਪਾਂ ਬੇਅੰਤ ਦੀ ਗੱਲ ਕਰੀਏ ਤਾਂ ਆਪਾਂ ਨੂੰ ਨਹੀਂ ਪਤਾ ਕਿ ਉਹਨੇ ਕੀ ਸੋਚ ਕੇ ਜਾਂ ਉਸ ਤੇ ਉਹਨੇ ਕਿਹੜੇ ਸਟੈਂਡ ਤੇ ਉਸ ਟਾਈਮ ਤੇ ਖੜੀ ਹੋਊਗੀ ਉਹ ਜੋ ਉਹਨੇ ਇਦਾਂ ਕੀਤਾ, ਹੈ ਨਾ। ਕਿ ਸਾਨੂੰ ਲਵਪ੍ਰੀਤ ਦਾ ਨਹੀਂ ਪਤਾ ਕਿ ਉਹਦੇ ਦਿਲ ਤੇ ਉਹਦੀ ਆਤਮਾ ਤੇ ਕੀ ਬੀਤਦੀ ਹੋਊਗੀ ਕਿ ਉਸ ਬੱਚੇ ਨੇ, ਮਤਲਬ ਬੱਚਾ ਹੀ ਸੀ, ਉਹਦੀ ਕੋਈ ਇੰਨੀ ਖਾਸ ਉਮਰ ਨਹੀਂ ਸੀ, ਸਿਰਫ 23 ਵਰਿਆਂ ਦਾ ਸੀਗਾ ਉਹ ਮੁੰਡਾ, ਤੇ ਉਹਨੇ ਆਪਣੇ ਮਾਂ-ਬਾਪ ਦਾ, ਜਿਵੇਂ ਤੁਸੀਂ ਦੱਸਿਆ ਕੱਲਾ ਮੁੰਡਾ ਸੀਗਾ ਉਹ, 2 ਭੈਣਾਂ ਦਾ ਕੱਲਾ ਭਰਾ ਸੀਗਾ, ਤੇ ਉਹਨੇ ਐਡਾ ਵੱਡਾ ਸਟੈਪ ਚੱਕ ਲਿਆ। ਪਰ ਮੈਂ ਇੱਥੇ ਇੰਨਾ ਜ਼ਰੂਰ ਕਹਿਣਾ ਚਾਹੂੰਗੀ ਕਿ ਦੇਖੋ, ਚੰਗੇ ਮਾੜੇ ਹਾਲਾਤ ਹਰ ਬੰਦੇ ਤੇ ਆਉਂਦੇ ਰਹਿੰਦੇ ਨੇ,
ਤੁਹਾਡੇ ਕੋਲ ਉਸ ਹਾਲਾਤ ਚੋਂ ਬਾਹਰ ਨਿਕਲਣ ਦੇ ਹੋਰ ਵੀ ਕਈ ਤਰੀਕੇ ਹੁੰਦੇ ਆ। ਤੁਸੀਂ ਆਪਣੇ ਮਾਂ-ਬਾਪ ਨਾਲ ਗੱਲ ਕਰੋ, ਜਿਸ ਤੇ ਤੁਸੀਂ ਮਾਂ-ਬਾਪ ਨਾਲ ਗੱਲ ਨਹੀਂ ਕਰ ਸਕਦੇ। ਹਰ ਇਨਸਾਨ ਦੀ ਜ਼ਿੰਦਗੀ 'ਚ ਇੱਕ ਐਸਾ ਰਿਸ਼ਤਾ ਹੁੰਦਾ ਜਿਸ ਤੇ ਉਹ ਭਰੋਸਾ ਕਰਕੇ ਗੱਲ ਕਰ ਸਕਦਾ। ਅਗਰ ਉਹ ਗੱਲ ਕਰ ਲੈਂਦਾ ਤਾਂ ਹੋ ਸਕਦਾ ਹੈ ਕਿ ਅੱਜ ਉਹ ਐਡਾ ਵੱਡਾ ਸਟੈਪ ਨਾ ਚੱਕਦਾ, ਉਹਦਾ ਸੋਲੂਸ਼ਨ ਨਿਕਲ ਜਾਂਦਾ। ਪਰ ਉਹ ਮੁੰਡਾ ਅੰਦਰੋਂ ਅੰਦਰ ਹੀ ਘੁੱਟਦਾ, ਇੰਨਾ ਕੁ ਚਲਾ ਗਿਆ ਕਿ ਉਹ ਮਜਬੂਰ ਹੋ ਗਿਆ ਸਟੈਪ ਚੱਕਣ ਲਈ। ਪਰ ਮੈਂ ਇੱਥੇ ਇੰਨੀ ਚੀਜ਼ ਜ਼ਰੂਰ ਕਹੂੰਗੀ ਕਿ ਜਿਹੜੀਆਂ ਕੁੜੀਆਂ, ਜਿਵੇਂ ਹੁਣੀ ਸੱਤੀ ਜੀ ਤੁਸੀਂ ਕਿਹਾ ਕਿ ਹੋਰ ਵੀ ਇਦਾਂ ਦੇ ਬੜੇ ਕੇਸ ਆ ਰਹੇ ਨੇ, ਅਸੀਂ ਇੱਥੇ ਕਿਸੇ ਨੂੰ ਸਹੀ ਜਾਂ ਗਲਤ ਨਹੀਂ ਕਹਿ ਰਹੇ, ਪਰ ਮੈਂ ਇੰਨੀ ਰਿਕੁਐਸਟ ਜ਼ਰੂਰ ਕਰੂੰਗੀ ਕਿ ਕੁਝ ਕੁੜੀਆਂ ਜਿਹੜੀਆਂ ਕਿ ਗਲਤ ਸੋਚ ਰੱਖਦੀਆਂ ਨੇ ਜਾਂ ਗਲਤ ਫਾਇਦਾ ਚੱਕਦੀਆਂ ਨੇ ਮੁੰਡਿਆਂ ਦਾ, ਤੇ ਕਈ ਮੁੰਡੇ ਵੀ ਗਲਤ ਹੁੰਦੇ ਨੇ। ਕਈ ਵਾਰ ਆਪਾਂ ਦੇਖਦੇ ਹਾਂ ਕਿ ਕਈ ਮਾਪੇ ਵਿਚਾਰੇ ਹੁੰਦੇ ਨੇ ਆਪਣੇ ਕੁੜੀਆਂ ਨੂੰ ਬਾਹਰ ਭੇਜਣ ਦੀ ਆਸ ਦੇ ਵਿੱਚ ਕਿੰਨਾ ਕੁਝ ਕਰਕੇ, ਹੈ ਨਾ, ਗਹਿਣੇ ਰੱਖ ਕੇ, ਸਭ ਕੁਝ ਕਰਕੇ ਆਪਣੀ ਕੁੜੀਆਂ ਦਾ ਵਿਆਹ ਕਰਦੇ ਨੇ, ਸੋਚ ਕੇ ਕਿ ਚਲੋ ਸਾਡੀ ਕੁੜੀਆਂ ਵਿਚਾਰੀਆਂ ਅੱਗੇ ਜਾ ਕੇ ਸੌਖੀਆਂ ਹੋ ਜਾਣਗੀਆਂ। ਪਰ ਮੁੰਡੇ ਇੱਥੇ ਵਿਆਹ ਕਰਾਉਂਦੇ ਨੇ, 2-3 ਮਹੀਨੇ ਕੁੜੀਆਂ ਨਾਲ ਇੱਥੇ ਰਹਿੰਦੇ ਨੇ, ਹੈ ਨਾ, ਘੁੰਮਦੇ ਨੇ, ਫਿਰਦੇ ਨੇ, ਤੇ ਉਸ ਤੋਂ ਬਾਅਦ ਉਹਨਾਂ ਨੂੰ ਬਾਹਰ ਲੈ ਕੇ ਜਾਂਦਾ ਕਿ ਜੀ ਅਸੀਂ ਬਾਹਰ ਜਾ ਕੇ ਤੁਹਾਡੀ ਫਾਈਲ ਲਾਵਾਂਗੇ, ਉਹਨਾਂ ਨੂੰ ਇੱਥੇ ਆਪਣੇ ਘਰਦਿਆਂ ਕੋਲ ਛੱਡ ਕੇ। ਜਾਂ ਕਈ ਤਾਂ ਇੱਥੇ ਹੁੰਦੇ ਕਿ ਤੁਸੀਂ ਆਪਣੇ ਪੇਕੇ ਜਾ ਕੇ ਰਹੋ, ਅਸੀਂ ਉੱਥੇ ਜਾ ਕੇ ਫਾਈਲ ਲਾਣੇ, ਤੁਹਾਨੂੰ ਉੱਥੇ ਬੁਲਾ ਲਾਂਗੇ, ਤੇ ਉੱਥੇ ਜਾ ਕੇ ਆਪਣੀ ਅਲੱਗ ਹੀ ਗ੍ਰਸਤੀ ਵਸਾ ਲੈਂਦੇ ਆ। ਵਿਚਾਰੀ ਕੁੜੀਆਂ ਨੂੰ ਇੱਥੇ ਛੱਡ ਜਾਂਦੇ ਨੇ। ਮੈਂ ਸਿਰਫ ਇੰਨੀ ਕੁ ਰਿਕੁਐਸਟ ਕਰੂੰਗੀ ਕਿ ਦੇਖੋ ਇਦਾਂ ਨਾ ਕਰੋ, ਜਾਂ ਤਾਂ ਤੁਸੀਂ ਕਿਸੇ ਦੀ ਜ਼ਿੰਦਗੀ ਪਹਿਲਾਂ ਖਰਾਬ ਹੀ ਨਾ ਕਰੋ। ਬਿਲਕੁਲ, ਪਰ ਮੈਂ ਕਿਉਂਕਿ ਇਦਾਂ ਕਰਕੇ ਤੁਸੀਂ ਸਿਰਫ ਇੱਕ ਬੰਦੇ ਦੀ ਜ਼ਿੰਦਗੀ ਨਹੀਂ ਖਰਾਬ ਕਰ ਰਹੇ, ਇੱਕ ਤੁਸੀਂ ਇੰਡੀਅਨਸ ਨੂੰ ਬਦਨਾਮ ਕਰ ਰਹੇ ਹੋ। ਅੱਜ ਪੂਰੇ ਦੇਖਿਆ ਜਾਏ ਤਾਂ ਵਰਲਡ ਦੇ ਵਿੱਚ ਜਿੰਨੇ ਕੇਸਿਸ ਆ ਰਹੇ ਨੇ ਮੋਸਟਲੀ ਇੰਡੀਅਨਸ ਤੇ ਆ ਰਹੇ ਨੇ। ਤੁਸੀਂ ਇਹ ਚੀਜ਼ ਨੋਟਿਸ ਕਰਿਓ ਕਿ ਜਦ ਆਪਾਂ ਵੀਜ਼ਾ ਲਗਵਾਉਣ ਜਾਂਦੇ ਆ ਨਾ, ਇੰਡੀਅਨਸ ਦਾ ਵੀਜ਼ਾ ਸਭ ਤੋਂ ਔਖਾ ਲੱਗਦਾ। ਕਿਉਂ? ਆਹੀ ਕਾਰਨਾਂ ਕਰਕੇ। ਅੱਜ ਜੋ ਇਹ ਟਾਈਮ ਆ ਗਿਆ, ਕੋਈ ਮੁੰਡਾ ਕੁੜੀ ਤੇ ਭਰੋਸਾ ਕਰਨ ਤੋਂ ਵੀ ਪਹਿਲਾਂ 100 ਵਾਰ ਸੋਚੂਗਾ, ਔਰ ਕੋਈ ਕੁੜੀ ਮੁੰਡੇ ਤੇ ਭਰੋਸਾ ਕਰਨ ਤੋਂ ਪਹਿਲਾਂ 100 ਵਾਰ ਸੋਚੂਗੀ। ਤਾਂ ਇਦਾਂ ਗ੍ਰਸਤੀ ਕਿਵੇਂ ਚੱਲੂਗੀ ਜੇ ਬੰਦਾ ਇਨਸਾਨੀਅਤ ਹੀ ਨਹੀਂ ਦਿਖਾਊਗਾ, ਇਨਸਾਨੀਅਤ ਤੇ ਭਰੋਸਾ ਹੀ ਨਹੀਂ ਰਹੂਗਾ, ਤਾਂ ਕਿੱਦਾਂ ਚੱਲੂਗਾ ਅੱਗੇ? ਬਿਲਕੁਲ ਸਹੀ ਗੱਲ ਕਹੀ ਤੁਸੀਂ ਨੈਂਸੀ ਵੇ, ਕਿ ਅੱਜ ਕੱਲ ਲੋਕਾਂ ਦਾ ਵੈਸੇ ਹੀ ਬਹੁਤ ਘੱਟ ਭਰੋਸਾ ਕਰਦੇ ਨੇ ਇੱਕ ਦੂਜੇ ਦੇ ਉੱਤੇ, ਤੇ ਰਹਿ ਵੀ ਐਸੇ ਗਿਆ ਕਿ ਮਾਹੌਲ ਐਸਾ ਹੋ ਚੁੱਕਿਆ ਕਿ ਲੋਕਾਂ ਨੂੰ ਇੱਕ ਦੂਜੇ ਦੇ ਉੱਤੇ ਯਕੀਨ ਹੀ ਨਹੀਂ ਰਿਹਾ, ਆਪਣੇ ਪਰਿਵਾਰ ਤੇ ਵੀ ਨਹੀਂ ਰਿਹਾ, ਨਾ ਬਾਹਰ ਦੇ ਤੇ ਰਿਹਾ, ਹੈ ਨਾ। ਤੇ ਦੂਜੀ ਗੱਲ, ਜਿਵੇਂ ਹੁਣ ਤੁਸੀਂ ਬਹੁਤ ਸੋਹਣੀ ਗੱਲ ਕੀਤੀ, ਬਹੁਤ ਸੋਹਣਾ ਮੈਸੇਜ ਦਿੱਤਾ, ਤੇ ਇੱਕ ਛੋਟੀ ਜਿਹੀ ਗੱਲ ਮੈਂ ਵੀ ਕਹਿਣੀ ਚਾਹੂੰਗਾ ਕਿ ਜਿਹੜੇ ਵੀ ਮਤਲਬ ਕਿ ਚਲੋ ਬਾਹਰ ਤਾਂ ਹਰ ਇੱਕ ਬੰਦੇ ਦਾ ਜਾਣ ਦਾ ਸੁਪਨਾ ਹੁੰਦਾ ਹੀ ਹੈ ਨਾ, ਪਰ ਸਾਰਾ ਕੁਝ ਬਾਹਰ ਵੀ ਨਹੀਂ ਹੈਗਾ। ਜੇ ਬੰਦਾ ਮਿਹਨਤ ਕਰੇ, ਮੁਸ਼ੱਕਤ ਕਰੇ, ਤਾਂ ਇੱਥੇ ਵੀ ਬਹੁਤ ਕੁਝ ਹੈ ਨਾ। ਕਹਿੰਦੇ ਨੇ ਕਿ ਜਿਹਨੂੰ ਜਿਉਣ ਦਾ ਅਜੇ ਇੱਥੇ ਤਰੀਕਾ, ਉਹਦਾ ਇੱਥੇ ਹੀ ਅਮਰੀਕਾ, ਹੈ ਨਾ। ਸੋ ਬੇਸਿਕਲੀ ਗੱਲ ਹੈ ਕਿ ਜੇ ਤੁਸੀਂ ਇੱਥੇ ਵੀ ਮਿਹਨਤ ਕਰੋ ਤਾਂ ਬਹੁਤ ਕੁਝ ਜ਼ਿੰਦਗੀ ਦੇ ਵਿੱਚ ਅਚੀਵ ਕਰ ਸਕਦੇ ਹੋ। ਬਾਹਰ ਇੱਕ ਸ਼ੌਂਕ ਵਾਸਤੇ ਵੀ ਕਹਿ ਸਕਦੇ ਹਾਂ ਕਿ ਸ਼ੌਂਕ ਨੂੰ ਆਪਾਂ ਬਾਹਰ ਜਾਈਏ, ਜੇ ਇੱਥੇ ਤੁਸੀਂ ਮਿਹਨਤ ਕਰਦੇ ਹੋ, ਚੰਗਾ ਪੈਸਾ ਕਮਾਉਂਦੇ ਹੋ ਤੇ ਘਰਦਿਆਂ ਨੂੰ ਖੁਸ਼ ਰੱਖਦੇ ਹੋ, ਸੋ ਇੱਥੇ ਵੀ ਬਹੁਤ ਵਧੀਆ ਲਾਈਫ ਗੁਜ਼ਾਰ ਸਕਦੇ ਹੋ ਤੁਸੀਂ। ਤੇ ਗਲਤ ਸਟੈਪ ਜਿਵੇਂ ਹੁਣ ਲਵਪ੍ਰੀਤ ਨੇ ਚੁੱਕਿਆ, ਇਹੋ ਜਿਹਾ ਸਟੈਪ ਚੁੱਕਣ ਤੋਂ ਪਹਿਲਾਂ ਆਪਾਂ ਨੂੰ ਜ਼ਰੂਰ ਆਪਣੇ ਪਰਿਵਾਰ ਬਾਰੇ ਤੇ ਆਪਣੇ ਬੈਕਗ੍ਰਾਉਂਡ ਬਾਰੇ ਸਾਰਾ ਕੁਝ ਸੋਚਣਾ ਸਮਝਣਾ ਚਾਹੀਦਾ। ਜੀ ਬਿਲਕੁਲ ਸੱਤੀ, ਹੁਣ ਮੈਨੂੰ ਲੱਗਦਾ ਕਾਫੀ ਟਾਈਮ ਹੋ ਗਿਆ, ਤੇ ਬਾਕੀ ਗੱਲਾਂ ਆਪਾਂ ਆਪਣੀ ਆਡੀਅנס ਤੇ ਛੱਡ ਦਿੰਦੇ ਆ ਤੇ ਲਈਏ ਹੁਣ ਇਜਾਜ਼ਤ। ਬਿਲਕੁਲ ਨੈਂਸੀ, ਮੈਂ ਆਪ ਚਾਹੁੰਦਾ ਕਿ ਹੁਣ ਆਪਾਂ ਇਜਾਜ਼ਤ ਲਈਏ ਤਾਂ ਕਿ ਅਗਲੇ ਐਪੀਸੋਡ ਦੇ ਵਿੱਚ ਆਪਾਂ ਕਿਸੇ ਹੋਰ ਵਿਸ਼ੇ ਤੇ ਗੱਲਬਾਤ ਕਰ ਸਕੀਏ। ਸੋ ਜਿਨ੍ਹਾਂ ਨੇ ਚੈਨਲ ਸਾਥ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ। ਮਿਲਾਂਗੇ ਜੀ ਗੱਲਾਂ ਚੋਂ ਗੱਲ ਦੇ ਅਗਲੇ ਐਪੀਸੋਡ ਦੇ ਵਿੱਚ, ਤਾਂ ਕਰਾਂਗੇ ਕਿਸੇ ਹੋਰ ਵਿਸ਼ੇ ਤੇ ਗੱਲ। ਦਿਓ ਆਗਿਆ, ਧੰਨਵਾਦ।